जय जिनेंद्र। आत्मा चैनल देख रहे हैं सभी दर्शकों का मैं नलिनी स्वागत करती हूं। आइए बढ़ते हैं आज के धार्मिक और सामाजिक समाचारों की ओर। कश्मीरी आतंकवादी संगठन जैश ए मोहम्मद के नाम से आए धमकी भरे पत्र के बाद रेलवे पुलिस और पंजाब पुलिस अलर्ट हो गई है। अराजक तत्वों ने रेलवे स्टेशन अधीक्षक सुल्तानपुर लोधी को डाक के माध्यम से पत्र भेजा है। इसमें पंजाब के मुख्यमंत्री भगवंत मान, गवर्नर, अकाली दल के नेताओं, सूबे के प्रमुख मंदिरों को बम से उड़ाने की धमकी दी गई है। साथ ही लिखा है कि सूबे में 5 से ज्यादा रेलवे स्टेशन को उड़ाएंगे। प्राप्त जानकारी के अनुसार सुल्तानपुर लोधी स्टेशन पर जम्मू तवी एक्सप्रेस दोपहर 2:10 पर पहुंची तो एक अज्ञात व्यक्ति आया और स्टेशन पर टिकट काटने वाले क्लर्क विकास को एक पत्र पकड़ाकर चला गया, जिसमें पंजाब को बम से दहलाने की बात कही गई है। जिसके बाद पंजाब के सभी जिलों में पुलिस अलर्ट हो गई है और हर तरफ नाकाबंदी कर जांच शुरू कर दी गई है। देखिए हमारे संवाददाता की यह खास रिपोर्ट। ਤੁਸੀਂ ਵੇਖ ਸਕਦੇ ਹੋ ਜੀਆਰਪੀ ਦੇ ਜਵਾਨ ਪੂਰੇ ਮੁਸਤੈਦ ਨਜ਼ਰ ਆ ਰਹੇ ਨੇ ਔਰ ਹਰ ਆਉਂਦੇ ਜਾਂਦੇ ਰਾਹਗੀਰ ਨੂੰ, ਪੈਸੇਂਜਰ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਔਰ ਇਹ ਸਾਰੇ ਜਿਹੜੇ ਸੁਰੱਖਿਆ ਅਲਰਟ ਨੇ ਜਾਂ ਅਲਰਟ ਮੋਡ ਤੇ ਅਗਰ ਸੁਰੱਖਿਆ ਏਜੰਸੀਆਂ ਆਈਆਂ ਨੇ ਇੱਕ ਚਿੱਠੀ ਦੇ ਕਾਰਨ ਜੋ ਕਿ ਜੈਸ਼ ਏ ਮੁਹੰਮਦ ਦੀ ਦੱਸੀ ਜਾ ਰਹੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਥ੍ਰੈਟ ਮਿਲਿਆ ਇਸ ਚਿੱਠੀ ਦੇ ਰਾਹੀਂ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ तमाम ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਮੁਸਤੈਦ ਹੋ ਚੁੱਕੀਆਂ ਨੇ, ਅਲਰਟ ਮੋਡ ਤੇ ਆ ਚੁੱਕੀਆਂ ਨੇ ਔਰ ਫਿਲਹਾਲ ਤੁਸੀਂ ਵੇਖ ਸਕਦੇ ਹੋ ਲੁਧਿਆਣਾ ਰੇਲਵੇ ਸਟੇਸ਼ਨ ਤੇ ਚੈਕਿੰਗ ਅਭਿਆਨ ਚੱਲ ਰਿਹਾ। ਹਰ ਆਉਂਦੇ ਜਾਂਦੇ ਪੈਸੇਂਜਰ ਨੂੰ ਪੂਰੀ ਤਸੱਲੀ ਦੇ ਨਾਲ ਚੈੱਕ ਕੀਤਾ ਜਾ ਰਿਹਾ, ਉਹਨਾਂ ਦੇ ਬੈਗ ਚੈੱਕ ਕੀਤੇ ਜਾ ਰਹੇ ਨੇ ਤਾਂ ਜੋ ਕੋਈ ਅਨਹੋਣੀ ਘਟਨਾ ਤੋਂ ਬਚਿਆ ਜਾ ਸਕੇ। ਇਹ ਸਾਰਾ ਜਿਹੜੀਆਂ ਆਰਡਰ ਆਏ ਹੋਏ ਆ ਮਹਿਕਮੇ ਵੱਲੋਂ ਤੇ ਬਾਕੀ ਧਮਕੀਆਂ ਮਿਲੀਆਂ ਹੋਈਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਚੈਕਿੰਗ ਚੱਲ ਰਹੀ ਆ। ਸਰ ਹੁਣ ਤੱਕ ਦੀ ਅਗਰ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਕੀ ਸਟੇਟਸ ਹੈਗਾ ਵਾ? ਇੱਥੇ ਸਾਰੇ ਮੁਲਾਜ਼ਮ ਅਫਸਰ ਚੈੱਕ ਕਰਦੇ ਫਿਰਦੇ ਆ ਸਾਰੇ ਇਲਾਕੇ ਦੇ ਵਿੱਚ। ਜਿਹੜਾ ਇਲਾਕਾ ਡਿਪਟੀ ਸਾਹਿਬ, SHO ਸਾਹਿਬ ਇੱਧਰ ਸਾਨੂੰ ਇੱਥੋਂ ਕਰਕੇ ਸਟੇਸ਼ਨ ਚੈੱਕ ਕਰਕੇ ਗਏ ਨੇ, ਹੁਣ ਸਾਹਨੇਵਾਲ ਗਏ ਨੇ, ਫਿਰ ਢੰਡਾਰੀ ਜਿਹੜਾ ਏਰੀਆ ਪੈਂਦਾ ਏਰੀਏ 'ਚ ਵੀ ਚੈੱਕ ਕਰਦੇ ਫਿਰਦੇ ਆ। ਸੋ तमाम ਜਿਹੜੇ ਇਸ ਡਿਵੀਜ਼ਨ ਦੇ ਵਿੱਚ ਸਟੇਸ਼ਨ ਪੈਂਦੇ ਨੇ ਉਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈ ਔਰ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਫਿਲਹਾਲ ਇੱਥੋਂ ਚੈਕਿੰਗ ਹੋਣ ਤੋਂ ਬਾਅਦ ਜਿਹੜੀ ਟੀਮ ਹੈ ਉਹ ਢੰਡਾਰੀ ਔਰ ਸਾਹਨੇਵਾਲ ਨੂੰ ਜਾ ਚੁੱਕੀ ਹੈ ਉਹਨਾਂ ਸਟੇਸ਼ਨਾਂ ਦੀ ਚੈਕਿੰਗ ਕਰਨ ਦੇ ਲਈ। ਫਿਲਹਾਲ ਤੁਸੀਂ ਵੇਖ ਸਕਦੇ ਹੋ ਲੁਧਿਆਣਾ ਰੇਲਵੇ ਸਟੇਸ਼ਨ ਤੇ ਚੈਕਿੰਗ ਅਭਿਆਨ ਚੱਲ ਰਿਹਾ ਵਾ। ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਲਰਟ ਮੋਡ ਤੇ ਆ ਕੇ तमाम ਸਟੇਸ਼ਨਾਂ ਦੇ ਉੱਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਵਾ। ਜੈਸ਼ ਏ ਮੁਹੰਮਦ ਦੇ ਵੱਲੋਂ ਪੰਜਾਬ ਦੇ CM ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਮਿਲਣ ਤੋਂ ਬਾਅਦ तमाम ਜਿਹੜੀਆਂ ਏਜੰਸੀਆਂ ਅਲਰਟ ਮੋਡ ਤੇ ਨੇ। ਰੇਲਵੇ ਸਟੇਸ਼ਨਾਂ ਦੇ ਉੱਤੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਔਰ ਸੜਕਾਂ ਦੇ ਵਿੱਚ ਨਾਕੇ लगा के चेकिंग अभियान चलाया जा रहा है। लुधियाना से कैमरामैन बलविंदर और सलमान के साथ अरुण कौशल की रिपोर्ट। भारतीय अंडर 19 क्रिकेट टीम के पूर्व बाएं हाथ के बल्लेबाज ने अंडर 23 में ऐतिहासिक उपलब्धि हासिल की है। पंजाब के लुधियाना जिले के एक अंडर 23 क्रिकेटर स्टार निहाल वडेरा ने अपनी बल्लेबाजी का हुनर दिखाते हुए क्रिकेट में 578 रनों का विशाल रिकॉर्ड बनाया है। निहाल ने पंजाब अंडर 23 इंटर डिस्ट्रिक्ट क्रिकेट टूर्नामेंट में दमदार पारी खेली है। इस उपलब्धि के साथ निहाल ने पंजाब के पूर्व कप्तान चमन लाला मल्होत्रा का 66 साल पुराना रिकॉर्ड भी तोड़ दिया है। बठिंडा के खिलाफ मैच के दौरान निहाल ने अपनी जादुई बल्लेबाजी से 37 छक्के और 42 चौके लगाए, जो क्रिकेट की दुनिया में किसी भी वर्ग में तीसरा सबसे बड़ा स्कोर है। मैं निहाल वडेरा साडा सैमीफाइनल मैच सी लुधियाना वर्सेस बठिंडा अंडर 23 इंटर डिस्ट्रिक्ट ਤੇ ਇਹ ਫਿਲਹਾਲ ਚੱਲ ਰਿਹਾ ਤੇ ਅਸੀਂ ਬਹੁਤ ਵਧੀਆ ਪੋਜੀਸ਼ਨ 'ਚ ਹੋਪਫੁਲੀ ਅਸੀਂ ਜਿੱਤ ਹੀ ਜਾਵਾਂਗੇ ਤੇ ਇਸ ਤੋਂ ਬਾਅਦ ਸਾਡਾ ਫਾਈਨਲ ਹੈ ਉਹ ਮਾਨਸਾ ਤੇ ਅੰਮ੍ਰਿਤਸਰ ਤੇ ਕਿਸੇ ਦੇ ਨਾਲ ਹੋਊਗਾ ਜੋ ਵੀ ਜਿੱਤੂਗੇ। ਕਿੰਨਾ ਸਕੋਰ ਤੁਸੀਂ ਕੀਤਾ? ਮੈਂ ਕੱਲ 578 ਰਨ ਕੀਤੇ ਸੀ ਤੇ ਸਿੰਘ ਮਤਲਬ ਕਿਵੇਂ ਕਹਿ ਜਾਓ ਕਿਵੇਂ ਤਿਆਰੀ ਕਰਦੇ ਹੋ? ਇੰਨਾ ਮਿਹਨਤ ਕਾਫੀ ਲੱਗਦੀ ਹੈ। ਦੇਖੋ ਜੀ ਮਤਲਬ ਤੁਹਾਨੂੰ ਪਤਾ ਹੈ ਕ੍ਰਿਕਟ 'ਚ ਕਿੰਨਾ ਜ਼ਿਆਦਾ ਕੰਪੀਟੀਸ਼ਨ ਹੈ। ਮਤਲਬ ਸਾਡੇ ਇੰਡੀਆ 'ਚ ਕਰੋੜ मतलब ਜਿਹੜੇ ਮੁੰਡੇ ਨੇ ਉਹ ਕਿਆ ਕੁੜੀਆਂ ਨੇ ਮਿਲਾ ਕੇ ਕ੍ਰਿਕਟ ਖੇਡਦੇ ਨੇ ਤੇ ਉਹਨਾਂ 'ਚੋਂ ਜੇ ਤੁਸੀਂ ਸਟੈਂਡ ਆਊਟ ਕਰਨਾ ਤਾਂ ਓਬਵੀਅਸਲੀ ਕੁਝ ਵੱਖਰਾ ਤਾਂ ਕਰਨਾ ਹੀ ਪਊਗਾ। ਤੇ ਮੈਨੂੰ ਬਚਪਨ ਤੋਂ ਹੀ ਮੈਨੂੰ ਪਤਾ ਸੀ ਕਿ ਮੇਰੇ ਅੰਦਰ ਇਨਬਿਲਟ ਟੈਲੈਂਟ ਹੈ ਕ੍ਰਿਕਟ ਦਾ ਤੇ ਬਟ ਮੈਂ ਕਦੇ ਵੀ ਮਿਹਨਤ ਨਹੀਂ ਛੱਡੀ
ਆਪਣੀ ਫਿਟਨੈਸ ਤੇ ਆਪਣੀ ਸਕਿੱਲਸ ਤੇ ਹਮੇਸ਼ਾ ਕੰਮ ਕਰਦਾ ਰਿਹਾ। ਸਾਡੇ ਜਿਹੜੇ ਕੋਚਿਸ ਨੇ ਉਹਨਾਂ ਨਾਲ ਮਤਲਬ ਗੱਲਬਾਤ ਕਰਦਾ ਰਿਹਾ ਤੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ, ਬਹੁਤ ਸਪੋਰਟ ਕੀਤੀ ਹੈ ਤੇ ਇਸ ਲਈ ਹੀ ਉਹਨਾਂ ਦੇ ਕਾਰਨ ਹੀ, ਆਪਣੀ ਫੈਮਿਲੀ ਦੇ ਕਾਰਨ ਸਪੈਸ਼ਲੀ ਮੈਂ ਮਤਲਬ ਇੰਨਾ ਵਧੀਆ ਕਰ ਪਾਇਆ ਉਹਨਾਂ ਦੇ ਸਪੋਰਟ ਦੇ ਕਾਰਨ। ਫੈਮਿਲੀ ਤੁਹਾਡੇ ਕੋਲ ਮੇਰੇ ਫੈਮਿਲੀ 'ਚ ਮੇਰੇ ਫਾਦਰ ਸਾਹਿਬ, ਮਮ, ਆਪਣੇ ਦਾਦੀ ਦਾਦੂ, ਚਾਚਾ ਚਾਚੀ ਸਾਰੇ, ਮਤਲਬ ਵੀ ਹੈਵ ਅ ਜੁਆਇੰਟ ਫੈਮਿਲੀ। ਤੁਹਾਡੀ ਫੈਮਿਲੀ ਕੀ ਕੰਮ ਕਰਦਾ? ਮੇਰੇ ਫਾਦਰ ਦੀ ਇੱਕ ਕੰਪਨੀ ਹੈ ਟੌਪ ਕਰੀਅਰਸ ਐਂਡ ਨਿਊ ਐਂਡ ਬੈਟਰ ਥਿੰਗ, ਉਹ ਰਨ ਕਰਦੇ ਨੇ, ਐਜੂਕੇਸ਼ਨਲ ਕੰਪਨੀ ਹੈ ਤੇ ਅਸੀਂ ਮਤਲਬ ਬੇਸਿਕਲੀ ਐਜੂਕੇਸ਼ਨਲ ਬੈਕਗ੍ਰਾਉਂਡ ਤੋਂ ਹਾਂ। ਤੇ ਕੀ ਕਹਿਣਾ ਚਾਹੋਗੇ ਐਜੂਕੇਸ਼ਨ ਬੈਕਗ੍ਰਾਉਂਡ ਤੋਂ ਤੁਸੀਂ ਨਾਲ ਪੜ੍ਹਦੇ ਸਟੱਡੀ ਕਰਦੇ? ਜੀ ਮੈਂ ਹਜੇ ਸਟੱਡੀ ਵੀ ਨਾਲ ਕਰ ਰਿਹਾ, ਆਪਣੀ ਬੀਏ ਕੰਪਲੀਟ ਕਰ ਮਤਲਬ ਲਾਸਟ ਸਮੈਸਟਰ ਹੈ, ਇਸ ਤੋਂ ਬਾਅਦ ਮੇਰੀ ਬੀਏ ਵੀ ਕੰਪਲੀਟ ਹੋ ਜੂਗੀ। ਉਹ ਗਵਰਨਮੈਂਟ ਕਾਲਜ ਤੋਂ ਕਰ ਰਿਹਾ ਮੈਂ, ਲੁਧਿਆਣੇ ਤੋਂ। ਸੋ ਫਿਊਚਰ ਕੀ ਪਲੈਨਿੰਗ ਹੁਣ ਅੱਗੇ ਕੀ? ਫਿਊਚਰ ਦੀ ਪਲੈਨਿੰਗ ਇਹ ਫਿਲਹਾਲ ਮਤਲਬ ਕ੍ਰਿਕਟ 'ਚ ਮਤਲਬ ਓਬਵੀਅਸਲੀ ਅੱਗੇ ਜਾਣਾ ਚਾਹੁੰਦਾ ਹੈ। ਮਤਲਬ ਪਹਿਲੇ ਵੀ ਜਿਵੇਂ ਅੰਡਰ 19 ਇੰਡੀਆ ਖੇਲਿਆ ਤੇ ਹੁਣ ਮਤਲਬ ਇਹ ਮੈਂ ਕਿ ਜਲਦੀ ਤੋਂ ਜਲਦੀ ਪਹਿਲਾਂ IPL ਖੇਡੀਏ ਤੇ ਉਸ ਤੋਂ ਬਾਅਦ ਸੀਨੀਅਰ ਇੰਡੀਆ, ਮਤਲਬ ਜਿੰਨੀ ਰਣਜੀ ਟਰੋਫੀ, ਉਸ ਤੋਂ ਬਾਅਦ ਸੀਨੀਅਰ ਇੰਡੀਆ ਜਲਦੀ ਤੋਂ ਜਲਦੀ ਖੇਲੀਏ। ਇੱਕ ਬਾਈਟ ਹੋਰ ਕਰਨੀ ਮੈਂ ਸਤੀਸ਼ ਕੁਮਾਰ ਮੰਗਲ, ਜੀ। ਪ੍ਰੈਜ਼ੀਡੈਂਟ LDC ਹੈ ਜੀ ਕੀ ਕਹਿਣਾ ਚਾਹੋਗੇ ਇਹਦਾ ਵਰਲਡ ਰਿਕਾਰਡ ਬਣਾਇਆ, ਕੀ ਕਰਨਾ? ਦੇਖੋ ਜੀ, ਵਰਲਡ ਰਿਕਾਰਡ ਬਣਨ ਦੇ ਨਾਲ ਸਾਡਾ ਔਰ ਸਾਡੇ ਸ਼ਹਿਰ ਦਾ ਔਰ ਸਾਡੀ ਸਟੇਟ ਦਾ ਔਰ ਇੰਡੀਆ ਦਾ ਵੀ, ਮੈਂ ਤਾਂ ਕਹਾਂਗਾ ਕਿ ਸਾਡਾ ਸਾਰਿਆਂ ਦਾ ਸਿਰ ਉੱਚਾ ਹੋਇਆ ਕਿ ਇੱਕ ਬੱਚੇ ਨੇ ਉਹ ਉਪਲਬਧੀ ਹਾਸਲ ਕੀਤੀ ਆ ਜਿਹੜਾ ਕਿ ਇੱਕ ਸੁਪਨਾ ਹੁੰਦਾ ਹਰ ਪਲੇਅਰ ਦਾ ਜ਼ਿੰਦਗੀ ਦੇ ਵਿੱਚ, ਤਾਂ ਉਹ ਇਹਨੇ ਅਚੀਵ ਕੀਤੀ। ਉਸ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਕਿਵੇਂ ਉਪਲਬਧੀ ਹਾਸਲ ਕੀਤੀ? ਇਸ ਬੱਚੇ ਦੀ ਮਿਹਨਤ, ਇਸ ਬੱਚੇ ਦੀ ਡੈਡੀਕੇਸ਼ਨ, ਜੋ ਇਸ ਬੱਚੇ ਨੇ ਮਿਹਨਤ ਕੀਤੀ ਆ, ਅੱਜ ਮਿਹਨਤ ਦਾ ਫਲ ਸਾਨੂੰ ਸਾਰਿਆਂ ਨੂੰ ਸਾਹਮਣੇ ਦੇਖਣ ਨੂੰ ਮਿਲ ਰਿਹਾ। ਜੀ ਕਿਹੜਾ ਮੈਚ ਸੀਗਾ? ਇਹ ਸਾਡਾ ਜਿਹੜਾ ਮੈਚ ਸੀਗਾ, ਇਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਹਰ ਸਾਲ ਟੂਰਨਾਮੈਂਟ ਆਰਗੇਨਾਈਜ਼ ਹੁੰਦਾ। ਇਹ ਜਿਹੜਾ ਟੂਰਨਾਮੈਂਟ ਸੀ, ਇਹ ਇੰਟਰ ਡਿਸਟ੍ਰਿਕਟ ਅੰਡਰ 23 ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਆਰਗੇਨਾਈਜ਼ ਕੀਤਾ ਸੀ ਔਰ ਇਹ ਸਾਡੇ ਸੈਮੀਫਾਈਨਲ ਸਟੇਜ ਤੇ ਮੈਚ ਸੀਗਾ, ਜਿਹਦੇ ਵਿੱਚ ਕਿ ਇਹਨਾਂ ਦੀ ਪਰਫਾਰਮੈਂਸ ਜਿਹੜੀ ਆ ਐਕਸਲੈਂਟ ਹੈ। ਕਿੰਨੇ ਸਕੋਰ? ਇਹਨਾਂ ਨੇ 578 ਰਨ ਕੀਤੇ ਨੇ, ਠੀਕ ਹੈ, ਔਰ ਇਹ ਵਰਲਡ ਦੇ ਵਿੱਚ ਤੀਸਰੇ ਨੰਬਰ 'ਤੇ। ਪਹਿਲਾ ਕਿਹੜਾ ਰਿਕਾਰਡ ਰਿਹਾ? ਪਹਿਲਾਂ ਇੱਕ ਬੰਬੇ ਦੇ ਸਕੂਲਸ ਦਾ ਹੈ ਸ਼ਾਇਦ ਮੈਚ ਦਾ, ਜਿਹ 'ਚ 1009 ਰਨ ਹਾਈਐਸਟ ਹੈ। ਉਸ ਤੋਂ ਬਾਅਦ ਇੱਕ ਹੋਰ ਆ ਇੰਗਲੈਂਡ ਦਾ ਕੋਈ 600 ਸਮਥਿੰਗ, ਐਡੀਲੇਡ। ਤੇ ਥਰਡ ਜਿਹੜੇ ਨੇ ਇਹ ਨਿਹਾਲ ਦਾ ਆ। ਔਰ ਸਿਕਸਰ ਦੇ ਵਿੱਚ ਵੀ ਜਿਸ ਤਰ੍ਹਾਂ ਮੈਨੂੰ ਪਤਾ ਚੱਲਿਆ ਕਿ ਵਰਲਡ ਦੇ ਵਿੱਚ ਸੈਕੰਡ ਹਾਈਐਸਟ ਸਿਕਸਰ ਜਿਹੜੇ ਨੇ ਉਹ ਨਿਹਾਲ ਵਡੇਰਾ ਨੇ ਲਗਾਏ। ਤੇ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ? ਇਸ ਮੌਕੇ 'ਤੇ ਪਹਿਲਾਂ ਤਾਂ ਖੁਸ਼ੀ ਸਾਨੂੰ ਇੰਨੀ ਕੁ ਹੈਗੀ ਆ ਕਿ ਸਾਡੇ ਕੋਲ ਕਹਿਣ ਲਈ ਕੋਈ ਲਫ਼ਜ਼ ਨਹੀਂ ਹੈਗੇ। ਕੁਝ ਬੱਚੇ ਨੇ ਸਾਡੇ ਕਹਿਣ ਲਈ ਛੱਡਿਆ ਹੀ ਨਹੀਂ, ਜੋ ਇਹਨੇ ਪਰਫਾਰਮ ਕਰਤਾ, ਤਾਂ ਇਹਦੇ ਨਾਲ ਸਾਡੇ ਸ਼ਹਿਰ ਦਾ ਔਰ ਸਾਡੀ ਸਟੇਟ ਦਾ ਨਾਮ ਉੱਚਾ ਹੋਇਆ। ਮੋਰ ਓਵਰ ਜਿਸ ਤਰ੍ਹਾਂ ਕਿ ਹੁਣ ਗੱਲ ਚੱਲ ਰਹੀ ਹੈ ਕਿ ਨਸ਼ਿਆਂ ਵਗੈਰਾ ਦੀ, ਉਹਦੇ ਲਈ ਵੀ ਇੱਕ ਬੱਚੇ ਨੇ ਇੱਕ ਐਗਜ਼ਾਮਪਲ ਸੈੱਟ ਕਰਤੀ ਹੈ ਕਿ ਯਾਰ ਨਸ਼ਿਆਂ 'ਚ ਕੁਝ ਨਹੀਂ ਪਿਆ, ਇੱਧਰ ਗੇਮ ਦੇ ਵਿੱਚ ਸਭ ਕੁਝ ਹੈਗਾ, ਔਰ ਜਿਹਦੇ ਨਾਲ कि ਸਾਨੂੰ ਬੜੀ ਸਭ ਤੋਂ ਜ਼ਿਆਦਾ ਖੁਸ਼ੀ ਹੋਈ है। लुधियाना से कैमरामैन विकास के साथ नैना की रिपोर्ट। लुधियाना के माल रोड पर खुला ब्रिलियंट इंस्टीट्यूट ऑफ कॉमर्स, जिसका उद्घाटन लुधियाना वेस्ट से आम आदमी पार्टी के MLA गुरप्रीत गोगी ने किया। इस मौके पर पत्रकारों से बात करते हुए इंस्टीट्यूट के टीचर नेहा गिरधर अरोड़ा ने कहा कि हमारे इस इंस्टीट्यूट में क्वांटिटी नहीं क्वालिटी दी जाएगी और कॉमर्स से जुड़ी हर प्रकार की कोचिंग दी जाएगी, जिसमें 1 से लेकर MCOM तक के बच्चे अच्छी कोचिंग प्राप्त कर सकते हैं। इस मौके गुरप्रीत गोगी के साथ समाज के अलग अलग वर्गों से लोग उपस्थित थे। जो अज ये इनॉग्रेशन हुई है डॉक्टर नेहा गिरधर, जो कि ब्रिलियंट इंस्टीट्यूट ऑफ कॉमर्स के इतों के मेन हैड ने, और इन्होंने हसबैंड अमित जी, मेरे छोटे भरा अमित जी, ये वाकई ब्रिलियंट है। और इन्होंने जो ये इंस्टीट्यूट खोलिया है, BCom, BBA, MBA, MCom, MA अदर रिलेटेड जोड़े सबजैक्ट कमर्स के नाल रिलेटेड ने, उन्होंने बच्चों को स्टडी देने वास्ते उन्होंने ये बहुत बड़ा एक उपराला किया। और इस चीज़ के साडे लुधियाने की शान भी वधी है और साडे बच्चों को एक बहुत ही अच्छी जगह देते हैं, अच्छा एटमोसफीयर दिता, जिथे कि बच्चे अपने जो भी कमर्स के कोई CA का जिन्हें कोर्स करना या अगे होर जाना है, कमर्स के किसी भी इनकम टैक्स के भी ये जरूरत पैंती इन्होंने चीज़ों की स्टडी करनी हैगी। उन्होंने प्रमोट करने वास्ते बच्चों को हायर स्टडी दे रहे हैं इतने, बड़ी अच्छी गल हैगी आ। उन्होंने फ्यूचर ब्राइट करना इन्होंने, तो मैं परमात्मा मुझे दुआ करदा, इन्होंने मैं शुभकामनावां देना कपल को कि ये बहुत वधिया इन्होंने जो काम करन जा रहे हैं, जिन्होंने इंस्टीट्यूट खोलिया इन्होंने बच्चों वास्ते, ये दिन रात बच्चों की तरक्की वास्ते और अपनी पूरी जी जान ला के ये बच्चों को उन्होंने जो उन्होंने बनता है जिथे उन्होंने स्टेज पर उन्होंने पहुँचना नैक्सट अपने मंजिल पर पहुँचने वास्ते ये बहुत बड़े कारगर सिद्ध होंगे। मैं इन्होंने इस चीज़ की लख लख बधाई दूँगा।
My name is Dr. Neha Girdhar. Basically, I hail from Malod city and married in Ludhiana. And teaching is my profession. So today I am opening my new institute, that is Brilliant Institute of Commerce in Ludhiana city. As I have 10 years experience of teaching in Malod city, and now I want to give my services in Ludhiana city. And ਮੇਰਾ ਮੋਟੋ ਇਹ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਾਮਰਸ ਦੇ ਪ੍ਰਤੀ ਸਟੂਡੈਂਟਸ ਨੂੰ ਜਾਗਰੂਕ ਕਰਨਾ, ਬੱਚਿਆਂ ਨੂੰ ਅੱਛੀ ਤੋਂ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ। ਆਪਣੇ ਇਸ ਇੰਸਟੀਚਿਊਟ ਦੇ ਵਿੱਚ ਅਸੀਂ ਕਾਮਰਸ ਦੇ ਨਾਲ ਨਾਲ ਮੈਥਸ, ਇਕਨੋਮਿਕਸ, ਆਰਟਸ ਦੇ ਸਬਜੈਕਟਸ ਸਭ ਦੀ ਪ੍ਰੋਵੀਜ਼ਨਸ ਪ੍ਰੋਵਾਈਡ ਕਰਾਂਗੇ। बेसिकली मेरा सब्जेक्ट जो है वो इकनॉमिक्स है, मेरी मास्टर्स ऑफ आर्ट्स इन इकनॉमिक्स है, PhD इन इकनॉमिक्स है, बट नाल नाल मैं अपने नाल टीचर्स ਨੂੰ ਹਾਇਰ ਕਰਾਂਗੀ ਤਾਂ ਕਿ ਅਸੀਂ ਸਟੂਡੈਂਟਸ ਨੂੰ ਇਕਨੋਮਿਕਸ ਦੇ ਨਾਲ ਨਾਲ ਅਕਾਊਂਟਸ ਦੇ, ਬਿਜ਼ਨਸ ਸਟੱਡੀਜ਼ ਦੇ, ਮੈਨੇਜਰੀਅਲ ਇਕਨੋਮਿਕਸ ਦੇ, ਕੋਸਟ ਅਕਾਊਂਟਿੰਗ ਦੇ, ਕੋਸਟ ਆਡਿਟਿੰਗ ਦੇ, CS, CA, MBA, ME ਸਭ ਦੀ ਜੀ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਸਕਦੀ ਹੈ। ਨਾਮ ਜੀ ਬ੍ਰਿਲੀਅੰਟ ਹੈ, ਕੰਮ ਕਿਵੇਂ ਹੈ ਜੀ? ਕੰਮ ਬਿਲਕੁਲ ਬ੍ਰਿਲੀਅੰਟ ਹੋਏਗਾ। देखो जी, जिमें जिमें बच्चा आएगा, बच्चा सर्विसेज लेगा, बच्चे ਨੂੰ पता लगेगा, बिकॉज वी बिलीव इन क्वालिटी एजुकेशन, नॉट इन क्वांटिटी एजुकेशन। ਅਸੀਂ ਬੱਚਿਆਂ ਨੂੰ ਕੁਆਲਿਟੀ ਦੇਣਾ ਚਾਹੁੰਦੇ ਹਾਂ, ਕੁਆਂਟੀਟੀ ਨਾਲ ਨਹੀਂ ਸਾਡਾ ਮਤਲਬ, ਸਾਨੂੰ ਕੁਆਲਿਟੀ ਨਾਲ ਮਤਲਬ ਹੈ। ਦੇਖੋ ਜੀ, 2 ਬੱਚੇ ਆਣਗੇ, 2 ਬੱਚੇ ਬ੍ਰਿਲੀਅੰਟ ਬਣ ਕੇ ਨਿਕਲਣਗੇ, ਅੱਛੀਆਂ ਜੌਬਸ ਲੈਣਗੇ, ਅੱਛੀ ਜੌਬ ਪਲੇਸਮੈਂਟਸ ਹੋਣਗੀਆਂ। ਉਹ 2 ਬੱਚੇ ਜਾ ਕੇ 200 ਬੱਚਿਆਂ ਨੂੰ ਪ੍ਰੈਫਰੈਂਸ ਦੇਣਗੇ, ਪੁੱਛਣਗੇ ਤੁਹਾਨੂੰ ਕਿੱਥੋਂ ਐਜੂਕੇਸ਼ਨ ਮਿਲੀ ਹੈ, ਤੁਸੀਂ ਕਿੱਥੋਂ ਆਪਣਾ ਇਸ ਚੀਜ਼ ਬਾਰੇ ਕੈਲੀਬਰ ਗੇਨ ਕੀਤਾ ਹੈ। ਐਡਵਰਟੀਜ਼ਮੈਂਟ ਥਰੂ, ਦੇਖੋ ਮਾਊਥ ਪਬਲਿਸਿਟੀ ਇਜ਼ ਦਾ ਬੈਸਟ। ਅੱਜ ਦਾ ਜੋ ਦੌਰ ਹੈ ਉਹ ਪੈਂਫਲੇਟਸ ਦਾ, ਹੋਰਡਿੰਗਸ ਦਾ ਨਹੀਂ, ਅੱਜ ਦਾ ਜੋ ਦੌਰ ਹੈ ਮਾਊਥ ਪਬਲਿਸਿਟੀ ਦਾ ਦੌਰ ਹੈ। ਮਾਊਥ ਪਬਲਿਸਿਟੀ ਅੱਜ ਦੇ ਟਾਈਮ ਦੀ ਇੱਕ ਬੈਸਟ ਟੂਲ ਹੈ ਜਿਹਦੇ ਥਰੂ ਆਪਾਂ ਬੱਚਿਆਂ ਨੂੰ ਜਾਗਰੂਕ ਕਰ ਸਕਦੇ ਹਾਂ, ਬੱਚਿਆਂ ਨੂੰ ਆਪਾਂ ਰੈਫਰ ਦੇ ਸਕਦੇ ਹਾਂ ਕਿ ਤੁਸੀਂ ਉਸ ਇੰਸਟੀਚਿਊਟ ਤੋਂ ਕੋਚਿੰਗ ਲਓ ਜਿੱਥੋਂ ਅਸੀਂ ਕੋਚਿੰਗ ਲੈ ਕੇ ਆਪਣੀ ਅੱਛੀ ਪਲੇਸਮੈਂਟਸ ਲਈਆਂ, ਆਪਣੀ ਅੱਛੀ ਜੌਬਸ ਲਈਆਂ, ਆਪਣਾ ਇੱਕ ਫਿਊਚਰ ਸਿਕਿਉਰ ਕੀਤਾ। ਮਲੋਟ ਤੋਂ ਆਏ ਹੋ। ਮਲੋਟ ਸ਼ਹਿਰ ਅਗਰ ਕੰਪੇਅਰ ਲੁਧਿਆਣਾ ਨਾਲ ਕੀਤਾ ਜਾਵੇ, ਹਾਈਟੈਕ ਸਿਟੀ ਹੈ ਲੁਧਿਆਣਾ, ਬੜੇ ਇੰਸਟੀਚਿਊਟ ਨੇ, ਤੁਹਾਡਾ ਐਕਸਟਰਾ ਕੀ ਇੰਸਟੀਚਿਊਟ? ਦੇਖੋ, ਇੰਸਟੀਚਿਊਟ ਤੁਹਾਨੂੰ ਹਰ ਇੱਕ ਸ਼ਹਿਰ 'ਚ ਮਿਲਣਗੇ, ਚਾਹੇ ਉਹ ਸਿਟੀ ਛੋਟੀ ਹੈ ਚਾਹੇ ਸਿਟੀ ਵੱਡੀ ਹੈ, ਬਟ फ़र्क पैंदा है, डिपेंड करता है कि टीचर की क्वालिटी किस तरह, टीचर का एक्सपीरियंस किस तरह। आई हैव 10 years ऑफ एक्सपीरियंस ऑफ टीचिंग, मेरे को 10 साल का एक्सपीरियंस है। मैं कॉलेज टीच किया है, अबोर गोपी चंद आरा महिला कॉलेज टीच किया है, मलोट DAV कॉलेज टीच किया है, मलोट DAV स्कूल, हॉली एंजल स्कूल्स, कई स्कूल्स पार्ट टाइम एज ए गेस्ट फैकल्टी टीचर्स के बेसिस से जॉब की है। मैं अलग अलग सिटीज़ के अलग अलग यूनिवर्सिटी सैमीनार्स भी कंडक्ट किए है, जर्नल्स भी पब्लिकेशंस है, इंटरनेशनल जर्नल्स, नेशनल जर्नल्स पब्लिकेशंस है। देखो, डिपेंड करता है कि टीचर की क्वालिटी एजुकेशन की है। इंस्टीट्यूट सब बहुत होंगे, बट ऑल डिपेंड्स ऑन द क्वालिटी, थोड़ा एक्सपीरियंस, थोड़ा बच्चों को पढ़ाने का तरीका की। बच्चे जिवें आएंगे, एजुकेशन लैनगे, बच्चे अपने आप देखेंगे की फ़र्क है दूसरे टीचर्स से इस टीचर। ऑनलाइन ऑफलाइन दोनों मोड, ऑनलाइन भी ऑफलाइन भी। मेरे एज प्रेजेंट ऑनलाइन बैच ऑलरेडी 3 चल रही है। मेरे को इस टाइम 3 बैच ऑनलाइन बच्चे हैं, जिन्हें कुछ पटियाला के बच्चे भी है, अंबाला के बच्चे भी है, चंडीगढ़ के बच्चे भी है, पिछों मेरे मलोट शहर के बच्चे भी है, कुछ लुधियाना के बच्चे भी है। बट हुण मैं ऑनलाइन के नाल ऑफलाइन भी बच्चों को कोचिंग्स देना चाहती, ताकि जोड़े बच्चों को रिक्वायरमेंट्स है उन्होंने मैं एजुकेशन दे सकां, उन्होंने एजुकेशन फील्ड में अपनी कुछ सर्विसेज थ्रू कॉन्ट्रीब्यूट कर सकां। टैलेंट ਨੂੰ ਪੜਾਉਂਗੇ ਕਿ ਪੈਸੇ ਨਹੀਂ? ਕਿਸੇ ਬੱਚੇ ਕੋਲ ਪੈਸਾ ਨਹੀਂ ਹੈ, ਟੈਲੈਂਟ ਹੈ, ਤੁਸੀਂ ਕਿਸ ਚੀਜ਼ ਨੂੰ? देखो, टैलेंट आज के टाइम पे टैलेंट, देखो जे कोई बच्चा है उन्हें को टैलेंट है, लेकिन बच्चा किसी नीडी फैमिली तो है, कोई बच्चे की सर्कमस्टांसिस इस तरह के, कोई बच्चा जिसनों पेरेंट्स का कोई काम नहीं है, किसी के सिर पर पेरेंट्स नहीं है, जे बच्चे को टैलेंट है तो मैं बच्चे को पढ़ाऊँगी। टैलेंट एज जे बच्चे को पढ़ावांगी, बच्चा रिजल्ट लेके आएगा, बच्चा कल नूं याद करेगा कि उस टीचर ने सानूं पढ़ाया सी जिस टाइम सानूं ज़रूरत सी। टैलेंट के नाल ही बच्चा जिहड़ा कल नूं टैलेंटेड बच्चा जिहड़ा कल नूं कुछ बन सकदा है। पैसे नाल सब कुछ नहीं खरीदिया जा सकदा, लेकिन टैलेंट है जिहदे तुसीं कोई भी दुनिया की कोई भी चीज़ तुसीं काबिल कर सकदे। ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਬੱਚਿਆਂ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਤੁਸੀਂ ਇੱਕ ਵਾਰੀ ਆਓ, ਸਰਵਿਸਿਜ਼ ਲਓ, ਤੁਸੀਂ ਪੜ੍ਹੋ, ਤੁਸੀਂ ਕੰਪੈਰੀਜ਼ਨ ਕਰੋ। 2 days ਡੈਮੋ ਕਲਾਸ ਫ੍ਰੀ ਹੈ, ईच एंड एवरी क्लास फॉर ईच एंड एवरी सब्जेक्ट। बच्चा आए, जिवें मैं अपनी मलोट शहर अपना नाम रोशन किया है कि उत्थे मलोट का बच्चा मैनू जानता है, मैं चाहती कि लुधियाना शहर मैं सर्विसिज देवां ताकि बच्चों अपना मैं एक नाम बनावा, अपने इंस्टीट्यूट का नाम बनावा, माउथ माउथ पब्लिसिटी थ्रू हर एक पासे मैं नाम कमाना चाहूँगी। ऑफिस कितने बार?
ਆਫਿਸ ਮੇਰਾ ਮਾਲ ਰੋਡ ਤੇ ਹੈ, ਕਾਰਨੀਵਲ ਸ਼ਾਪਿੰਗ ਕੰਪਲੈਕਸ ਮਾਲ ਰੋਡ ਤੇ 5th ਫਲੋਰ ਤੇ ਹੈ। ਆਫਿਸ ਦੇ ਨਾਲ ਨਾਲ ਤੁਹਾਨੂੰ ਤੇ ਪੂਰੀ ਇਨਫਰਾਸਟ੍ਰਕਚਰ ਫੈਸਿਲਿਟੀ ਹੈ, ਲਿਫਟ ਦੀ ਫੈਸਿਲਿਟੀ ਹੈ, ਸਿਟਿੰਗ ਅਰੇਂਜਮੈਂਟ ਵੈਲ ਪਲਾਨਡ, ਸਿਟੀ ਆਰਗੇਨਾਈਜ਼ਡ ਹੈ, ਕੋਵਿਡ ਪ੍ਰੋਟੋਕੋਲਸ ਹੈ, ਐਜ਼ ਵੈਲ ਐਜ਼ ਵਾਟਰ ਫੈਸਿਲਿਟੀਜ਼, 에ਅਰ ਕੰਡੀਸ਼ਨ ਫੈਸਿਲਿਟੀਜ਼, ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਫੈਸਿਲਿਟੀ ਮਿਲੇਗੀ ਤਾਂ ਕਿ ਬੱਚੇ ਨੂੰ ਇਹ ਨਾ ਲੱਗੇ ਕਿ ਅਸੀਂ ਜਾ ਰਹੇ ਹਾਂ, ਅਸੀਂ ਪੇ ਕਰ ਰਹੇ ਹਾਂ, ਕੁਝ ਵੀ ਸਾਨੂੰ ਸਫਰ ਕਰਨਾ ਪਏ। ਬੱਚੇ ਨੂੰ ਹਰ ਇੱਕ ਤਰ੍ਹਾਂ ਦੀ प्रोविज़न मिलेगी, क्वालिटी के नाल बच्चों को फैसिलिटीज़ भी मिलेंगी। थैंक यू। लुधियाना से कैमरामैन सलमान के साथ राजेश मेहरा की रिपोर्ट। लुधियाना में जहां पर कानूनी कॉलोनियों की धड़ल्ले से कटाई हो रही है, वहीं कॉलोनाइजरों द्वारा खुद से ही बिजली के खंभे और छोटा सा ट्रांसफार्मर लेकर घरों में लगा दी जाती है। पर जब कॉलोनियों में लोगों की आबादी बढ़ती है तो उन्हें बहुत मुश्किलों का सामना करना पड़ता है। ऐसा ही मामला लुधियाना के काकोवाल रोड में पड़ते धीर कॉलोनी से सामने आया है, जहां कॉलोनाइजरों द्वारा पूरी कॉलोनी काट दी गई, जिस कारण ना ही बिजली का लोड पूरा हो रहा है, ना ही लोगों को प्रारंभिक सहूलतें मिलती हैं, जिस कारण स्थानीय लोगों ने बिजली घर के सामने धरना प्रदर्शन किया और उनको आ रही बिजली संबंधी परेशानियों को उच्च अधिकारियों से अवगत कराया। हाँ जी, मेरा नाम पूजा है जी, मैं काकोवाल धीर कलोनी की रहने वाली हाँ। साडी कलोनी विच घट्टो घट्ट 250-300 घर है, जिस 2000 तो उपर बंदा रहिंदा ते ਇਹ ਕੀ ਕਹਿੰਦੇ ਨੇ ਕਿ ਸਾਡੇ ਕੋਲ ਟਰਾਂਸਫਾਰਮ ਨਹੀਂ ਹੈ। ਅਸੀਂ ਪਿਛਲੇ ਸਾਲ ਧੱਕੇ ਖਾਦੇ, ਅਸੀਂ ਕਿਹਾ ਸਾਡਾ ਟਰਾਂਸਫਾਰਮ ਲਗਵਾਓ ਤੇ ਇਹ ਕਹਿੰਦੇ ਨੇ ਸਾਡੇ ਕੋਲ ਜਗ੍ਹਾ ਨਹੀਂ, ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ। 1 ਸਾਲ ਅਸੀਂ ਧੱਕਾ ਚੱਲਿਆ ਇਹਨਾਂ ਦਾ, ਹੁਣ ਅਸੀਂ ਇਹਨਾਂ ਧੱਕਾ ਨਹੀਂ ਚੱਲਾਂਗੇ। ਕੀ ਦਿੱਕਤ ਆ ਰਹੀ ਤੁਹਾਨੂੰ? ਸਾਡੇ ਘਰਾਂ ਦੇ ਵਿੱਚ ਲੋੜ ਹੈ ਨਹੀਂ, ਨਾ ਪੱਖਾ ਚੱਲੇ ਨਾ ਏਸੀ ਚੱਲੇ, ਬਿੱਲ ਅਸੀਂ ਇੰਨੇ ਨਹੀਂ ਦਿੰਨੇ ਆ। ਏਸੀ ਤਾਂ ਦੂਰ ਦੀ ਗੱਲ, ਪੱਖੇ ਨਹੀਂ ਚੱਲਦੇ ਹੈਗੇ। ਪਿਛਲੇ ਸਾਲ ਕਹਿੰਦੇ ਚੀਜ਼ਾਂ ਸਾਡੀਆਂ ਸੜ ਰਹੀਆਂ ਨੇ, ਚੀਜ਼ਾਂ ਸਾਡੀਆਂ ਸੜ ਰਹੀਆਂ ਨੇ, ਕਦੇ ਪੱਖਾ ਸੜ ਗਿਆ, ਕਦੇ ਏਸੀ ਸੜ ਗਿਆ, ਕਦੇ ਫ੍ਰਿਜ ਸੜ ਗਿਆ। ਆ ਸਾਡੇ ਨਾਲ ਦੇ ਗਵਾਂਢੀ ਨੇ ਸ਼ੀਸ਼ ਜੀ, ਇਹਨਾਂ ਦੋਨੋਂ ਏਸੀ ਸੜੇ ਪਏ ਨੇ ਘਰ ਦੇ ਵਿੱਚ। ਸਾਡੇ ਨੁਕਸਾਨ ਨਹੀਂ ਹੋ ਰਹੇ। ਕਾਕੋਵਾਲ ਧੀਰ ਕਲੋਨੀ ਤੇ ਤੁਸੀਂ ਪਹਿਲਾਂ ਆ ਕੇ ਮਿਲੇ ਕਦੀ? ਪਹਿਲਾਂ 1 ਸਾਲ ਧੱਕੇ ਖਾਏ ਆ ਬਿਜਲੀ ਮਹਿਕਮੇ ਦੇ, ਅਸੀਂ ਕੋਲ 50 ਵਾਰੀ ਆਏ ਆ ਇਹਨਾਂ ਕੋਲੇ, ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਕਹਿੰਦੇ ਲਾ ਦਿੰਨੇ ਆ। ਅਸੀਂ ਮੰਗ ਕਰਦੇ ਸਾਡੇ ਮਹੱਲੇ ਦੇ ਵਿੱਚ ਸਟੈਪ ਉਹ ਲਗਾਇਆ ਜਾਵੇ ਟਰਾਂਸਫਾਰਮ, ਤੇ ਨਾਲੇ ਸਾਡੀ ਲਾਈਟ ਦਾ ਲੋਡ ਪੂਰਾ ਕੀਤਾ ਜਾਵੇ। ਤੁਸੀਂ ਇੱਥੇ ਦਫ਼ਤਰ ਆਏ ਹੋ, ਤੁਹਾਨੂੰ ਕੀ ਐਸਡੀਓ ਸਾਹਿਬ ਐਕਸ਼ਨ ਕੀ ਕਹਿੰਦੇ ਨੇ ਤੁਹਾਨੂੰ? ਸਾਨੂੰ ਜੇ ਲਾਰੇ ਲਗਾ ਰਹੇ ਨੇ, ਲਾਰੇ ਲਾ ਰਹੇ ਨੇ। ਅੱਜ ਆ ਰਹੇ ਆ, ਕੱਲ ਆ ਰਹੇ ਆ, ਇਹੀ ਕੁਝ ਸੁਣਦੇ ਆ ਰਹੇ ਅਸੀਂ ਸਾਲ ਤੋਂ। ਇੱਕ ਮਿੰਟ ਜੀ, ਕਿਤੇ ਨਾ ਕਿਤੇ ਲੋਡ ਜਿਹੜੇ ਘੱਟ ਹੋ ਜਾਂਦਾ, ਤੁਹਾਡਾ ਨੁਕਸਾਨ ਵੀ ਹੁੰਦਾ ਕੋਈ? ਹਾਂਜੀ ਬਹੁਤ ਹੁੰਦਾ ਜੀ, ਕਦੇ ਫ੍ਰਿਜ ਸੜ ਗਿਆ, ਕਦੇ ਏਸੀ ਸੜ ਗਿਆ, ਕਦੇ ਕੁਝ ਸੜ ਗਿਆ। ਅਸੀਂ ਇਹੀ ਕੁਝ ਕਰ ਰਹੇ ਹਾਂ ਸਾਰੀ ਜ਼ਿੰਦਗੀ, ਸਾਰਾ ਹੋ ਗਿਆ ਸਾਨੂੰ 7-8 ਸਾਲ। ਅੱਜ ਤੁਸੀਂ ਧਰਨਾ ਦਿੱਤਾ ਹੈਗਾ, ਕੀ ਕਹਿੰਦੇ ਨੇ? ਅੱਜ ਮਿਲੇ ਹੋ ਤੁਸੀਂ ਉਹਨਾਂ ਨੂੰ? ਹਾਂਜੀ ਸਰ, ਅੱਜ ਅਸੀਂ ਮਿਲੇ ਨਹੀਂ ਹਲੇ। ਹੁਣ ਕਿੰਨੇ ਦੇਰ ਹੋ ਗਏ ਤੁਹਾਨੂੰ ਇੱਥੇ ਚੱਕਰ ਕੱਢਦਿਆਂ ਨੂੰ? ਮੈਨੂੰ ਸਾਲ ਹੋ ਗਿਆ ਜੀ, ਪਿਛਲੇ ਸਾਲ ਦੂਜਾ ਸਾਲ ਲੱਗ ਗਿਆ। ਪੂਰਾ ਮਹੱਲਾ ਹੀ ਆ ਰਿਹਾ। ਤੁਹਾਡੇ ਕਲੋਨਾਈਜ਼ਰ ਨੇ ਕਦੀ ਤੁਹਾਡੀ ਸਾਰ ਨਹੀਂ ਦਿੱਤੀ? ਨਹੀਂ ਜੀ, ਨਾ ਕਲੋਨਾਈਜ਼ਰ ਨੇ, ਨਾ ਕੌਂਸਲਰ ਨੇ, ਨਾ ਸਰਪੰਚ ਨੇ, ਸਾਡੀ ਕਿਸੇ ਨੇ ਸਾਰ ਨਹੀਂ ਲਈ। ਅਸੀਂ ਅੱਕ ਕੇ ਅੱਜ ਅਸੀਂ ਧਰਨਾ ਦਿੱਤਾ ਹੈ। ਕੀ ਨਾਮ ਹੈ ਤੁਹਾਡਾ? ਮੰਜੂ, ਕਿੱਥੇ ਰਹਿੰਦੇ? ਧੀਰ ਕਲੋਨੀ। ਅੱਜ ਜਿਹੜਾ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਵੱਲੋਂ? ਹਾਂਜੀ ਜੀ ਸਰ, ਸਾਡੀ ਵੋਲਟਸ ਬਹੁਤ ਘੱਟ ਹੈ। ਸਾਨੂੰ 1 ਸਾਲ ਹੋ ਗਿਆ ਇੱਥੇ ਗੇੜੇ ਲਗਾਉਂਦੇ ਆ, ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸਾਡੇ ਫ੍ਰਿਜ, ਏਸੀ, ਕੂਲਰ ਸਭ ਕੁਝ ਸਾਡਾ ਸੜ ਰਿਹਾ ਵੇ। ਰੋਜ਼ ਹੀ ਅਸੀਂ ਰਾਤ ਨੂੰ ਤਾਂ ਅਸੀਂ ਸੋ ਹੀ ਨਹੀਂ ਪਾਉਂਦੇ ਹੈ। ਪੰਖੇ ਸਾਡੇ ਇਦਾਂ ਚੱਲਦੇ ਨੇ, ਇਦਾਂ ਤਾਂ ਹੱਥ ਲਾਏ ਵੀ ਤੇਜ਼ ਚੱਲੇ ਜਿੱਦਾਂ ਬਿਜਲੀ ਨਾਲ ਝੂਲਦੇ ਆ ਸਾਡੇ ਪੰਖੇ। ਰਾਤੀ ਸਾਡੇ ਬੱਚੇ ਆਦਮੀ ਕੰਮ ਤੋਂ ਆ ਕੇ ਸੌ ਨਹੀਂ ਸਕਦੇ ਹੈ। ਤੁਸੀਂ ਇਹਨਾਂ ਨੂੰ ਸ਼ਿਕਾਇਤ ਲਿਖਤ ਦੇ ਵਿੱਚ ਵੀ ਦਿੱਤੀ ਹੈ ਹਾਂਜੀ, ਬਹੁਤ ਮਰਿਆ ਦਫ਼ਤਰ ਚ ਮਿਲੇ ਆ। ਕੀ ਕਹਿੰਦਾ ਸੁਣਵਾਈ ਨਹੀਂ ਕਰਦੇ, ਅੱਜ ਆਨੇ ਆ ਕੱਲ ਆਨੇ ਆ, ਅੱਜ ਆਨੇ ਆ ਕੱਲ ਆਨੇ, ਬਸ ਇਹੀ ਲਾਰਾ ਇਹਨਾਂ ਨੇ ਲਗਾਇਆ ਹੋਇਆ ਸਾਨੂੰ। ਕਿੱਥੇ ਦਿੱਤਾ ਗਿਆ? ਕਿਹੜੇ ਬਿਜਲੀ ਬੋਰਡ ਦੇ ਦਿੱਤਾ ਗਿਆ? ਅਸੀਂ ਕਾਕੋਵਾਲ ਬਿਜਲੀ ਹਾਂਜੀ। ਹੁਣ ਕੀ ਮੰਗ ਕਰਦੇ ਹੋ? ਤੁਹਾਡੀ ਕੀ ਮੰਗ ਹੈ ਦੀਦੀ? ਟਰਾਂਸਫਾਰਮ ਲਗਾ ਕੇ ਦੇਣ ਸਾਨੂੰ, ਸਾਡਾ ਵੋਲਟਸ ਪੂਰੀ ਹੋਵੇ ਸਾਡੀ। ਵਾਹੀ ਜੋ ਇਹਨਾਂ ਕੋਲ ਹੀ ਪਹਿਲਾਂ ਸਰ ਕਾਫੀ ਮਹੀਨਿਆਂ ਵੱਲੋਂ ਪ੍ਰੋਟੈਕਟ ਕੀਤਾ ਗਿਆ, ਕੀ ਕਹਿਣਾ? ਹਾਂਜੀ, ਕੁਝ ਮਹੱਲਾ ਨਿਵਾਸੀ ਇਕੱਠੇ ਹੋ ਕੇ ਆਏ ਸੀਗੇ, ਜਿਨ੍ਹਾਂ ਦੇ ਟਰਾਂਸਫਾਰਮਰ ਕੋਈ ਓਵਰਲੋਡ ਹੈਗਾ। ਪਿਛਲੇ 1.5 ਸਾਲ ਤੋਂ ਕਹਿ ਰਹੇ ਨੇ ਕਿ ਓਵਰਲੋਡ ਹੈ। ਅੱਜ ਮੇਰੇ ਕੋਲ ਆਏ ਨੇ, ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਲੇ 3 ਦਿਨਾਂ ਦੇ ਵਿੱਚ ਅਸੀਂ ਇਹਨਾਂ ਦਾ ਟਰਾਂਸਫਾਰਮਰ ਨੂੰ ਡੀਲੋਡ ਕਰ ਦਾਂਗੇ। ਇੱਕ ਨਵਾਂ ਟਰਾਂਸਫਾਰਮਰ ਰੱਖ ਕੇ ਮਹੱਲੇ ਨੂੰ ਸਪਲਾਈ ਬੈਟਰ ਕਰ ਦਾਂਗੇ। लुधियाना से कैमरामैन सलमान के साथ राजेश मेहरा की रिपोर्ट। बाबा बाल मुकुंद शाह जी की 17वीं बरसी के उपलक्ष्य में आज लुधियाना के शंगला शिवाला मंदिर रोड पर भक्तों द्वारा लंगर लगाया गया, जिसमें बहुत से लोगों ने लंगर की सेवा का लाभ लिया। इस अवसर पर श्रद्धालुओं ने बताया कि आज शाम को मेले का भी आयोजन किया जा रहा है, जिसमें भक्त हुम हमा के पहुँच रहे हैं। ਇਹ ਪਰਿਵਾਰ ਬਾਬਾ ਬਾਲ ਮੁਕੰਦ ਸ਼ਾਹ ਜੀ ਦੇ ਨਾਂ ਤੇ ਅਸੀਂ ਹਰ ਸਾਲ ਮੇਲਾ ਕਰਵਾਉਂਦੇ ਹਾਂ। ਇਸ 17ਵੀਂ ਬਰਸੀ ਹੈ, ਜਿਹੜੀ ਕਿ ਹਰ ਸਾਲ ਅਸੀਂ ਚਾਹੁੰਦੇ ਕਿ ਹਮੇਸ਼ਾ ਇਦਾਂ ਹੀ ਧੂਮਧਾਮ ਨਾਲ ਮਨਾਈ ਜਾਂਦੀ ਰਹੇ ਔਰ ਇੱਥੇ ਹਰ ਬੰਦੇ ਦੀ ਮਨੋਕਾਮਨਾ ਪੂਰਨ ਹੁੰਦੀ ਹੈ ਤੇ ਸੰਗਤ ਹੁਮ ਹੁਮਾ ਕੇ ਆਉਂਦੀ ਰਹਿੰਦੀ ਹੈ
ਤੇ ਬਾਕੀ ਤੁਸੀਂ ਇੱਥੇ ਦੀ ਚਹਿਲ ਪਹਿਲ ਔਰ ਲੰਗਰ ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਇੱਥੇ ਚੱਲਦਾ ਰਹੇ, ਸੰਗਤ ਦਾ ਮਨੋਰੰਜਨ ਮਨੋਕਾਮਨਾ ਪੂਰਨਾ ਹੁੰਦੀਆਂ ਰਹਿਣ। ਤੇ ਅਸੀਂ ਸਾਡੇ ਤੋਂ ਜਿੰਨੀ ਕੁ ਇੱਥੇ ਦੀ ਹੁੰਦੀ ਹੈ ਉਨੀ ਕੁ ਅਸੀਂ ਸ਼ਰਧਾ ਨਾਲ ਅਸੀਂ ਇਹਨੂੰ ਧੂਮਧਾਮ ਨਾਲ ਮਨਾਉਂਦੇ ਹਾਂ। ਇਹ ਲੰਗਰ ਤੁਸੀਂ ਹਰ ਸਾਲ ਲਗਾਉਂਦੇ ਹੋ? ਹਰ ਸਾਲ ਲੰਗਰ ਲਗਾਉਂਦੇ ਹਾਂ। ਲੰਗਰ ਤੋਂ ਇਲਾਵਾ ਸ਼ਾਮ ਨੂੰ ਇੱਥੇ ਮਹਿਫਲ ਲੱਗਦੀ ਹੈ 9 ਤੋਂ ਲੈ ਕੇ 12 ਵਜੇ ਤੱਕ। ਉਹਦੇ ਵਿੱਚ ਸੰਗਤਾਂ ਦਾ ਕਾਫੀ ਹੁਮ ਆ ਕੇ ਆਉਣਾ ਹੁੰਦਾ ਤੇ ਇਹ ਪਰਿਵਾਰਕ ਇੱਕ ਮਹਿਫਲ ਹੈ। ਇਹ ਨਹੀਂ ਕਿ ਇੱਥੇ ਕੋਈ ਅਲੱਗ ਤਰ੍ਹਾਂ ਦਾ ਮਾਹੌਲ, ਸਾਰਾ ਸੂਫੀ ਮਾਹੌਲ ਹੁੰਦਾ ਇੱਥੇ। ਸੰਗਤ ਔਰ ਸਾਰੇ ਤਾਂ ਇਹ ਨਹੀਂ ਹੁੰਦਾ ਕਿ ਇੱਥੇ ਧਰਮ ਦਾ ਕੋਈ ਉਹ ਨਹੀਂ ਹੈਗਾ, ਹਰ ਧਰਮ ਦਾ ਬੰਦਾ ਆ ਕੇ ਆਪਣੇ ਇੱਥੇ ਆ ਕੇ ਮੇਲੇ ਦੇ ਵਿੱਚ शामिल होगा। लुधियाना से कैमरामैन बलविंदर के साथ अरुण कौशल की रिपोर्ट। पंजाब में जब कांग्रेस की सरकार थी और चरणजीत सिंह चन्नी का राज था, उस समय सभी लोगों द्वारा उन्हें ऐलान मंत्री के नाम से बुलाया जाता था। उस समय चरणजीत सिंह चन्नी कई ऐलान कर रहे थे, लेकिन उनकी नोटिफिकेशन जारी नहीं की जा रही थी। लेकिन चरणजीत सिंह चन्नी ने 111 दिनों में कुछ ऐसे भी काम किए थे जिसका फायदा आज भी लोगों को मिल रहा है। सिविल अस्पताल अमृतसर में कृष्णा डायग्नोस्टिक सेंटर, जो चरणजीत सिंह चन्नी के शासन के दौरान स्थापित किया गया था, अब लोगों की सेवा में है। वहीं अस्पताल में बने इस डायग्नोस्टिक सेंटर में अमृतसर के अलावा दूर दूर से लोग अपना टेस्ट और MRI करवाने के लिए आते हैं। इस डायग्नोस्टिक सेंटर द्वारा इस अस्पताल के बाहर बड़े बड़े बैनर लगाए गए हैं कि जो टेस्ट बाहर 6,000 से 10,000 रुपये तक किए जा रहे हैं, वह टेस्ट इस डायग्नोस्टिक सेंटर में 1,000 से 2,000 तक के किए जा रहे हैं। सबसे अहम बात यह है कि पंजाब के लोगों की मदद के लिए यह डायग्नोस्टिक सेंटर 24 घंटे खुला रहता है। सर किहड़ी जगह तो आए? मैं बटाले तो आया। ਬਟਾਲੇ ਤੋਂ ਅੱਜ ਇੱਥੇ ਟੈਸਟ ਕਰਵਾਉਣ ਆਏ, ਬਾਜ਼ਾਰ ਨਾਲੋਂ ਅੱਧੀਆਂ ਕੀਮਤਾਂ ਤੇ ਇੱਥੇ ਟੈਸਟ ਹੋ ਰਹੇ, ਕਿਸ ਤਰ੍ਹਾਂ ਦਾ ਲੱਗ ਰਿਹਾ ਸਰ? ਬਹੁਤ ਵਧੀਆ ਲੱਗ ਰਿਹਾ ਸਰ, ਅੱਧੀਆਂ ਤੋਂ ਵੀ ਘੱਟ ਤੇ ਹੋ ਰਹੇ ਆ। ਬਾਹਰ ਮੈਂ MRI ਦਾ ਰੇਟ ਪੁੱਛਿਆ ਸੀਗਾ ਤੇ 6,000 ਰੁਪਇਆ ਕਹਿੰਦੇ ਸੀ ਜੀ, ਇੱਥੇ 1,200 ਦੇ ਵਿੱਚ ਹੋਈ। ਤੇ ਕਿਸ ਤਰ੍ਹਾਂ ਦਾ ਉਪਰਾਲਾ ਲੱਗ ਰਿਹਾ ਜਿਹੜਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਆਮ ਜਨਤਾ ਵੱਲੋਂ? ਬਹੁਤ ਵਧੀਆ ਸਰ, ਮਤਲਬ ਜਿਹੜਾ ਆਮ ਵਰਗ ਦਾ, ਮੀਡੀਅਮ ਵਰਗ ਦਾ ਵੀ ਕੋਈ ਹੈਗਾ ਆ ਇਨਸਾਨ, ਉਹ ਵੀ ਕਰਵਾ ਸਕਦਾ ਟੈਸਟ। ਉੱਦਾਂ ਇੱਧਰ ਉੱਧਰ ਜਾਣਾ ਪੈਂਦਾ ਸੀ ਪ੍ਰਾਈਵੇਟ ਤੇ ਬਹੁਤ ਮਹਿੰਗੇ ਟੈਸਟ ਆ ਕੋਈ ਵੀ ਆ। ਇੱਥੇ ਟੈਸਟ ਬਹੁਤ ਸਸਤੇ ਆ, ਮਤਲਬ MRI CT ਸਕੈਨ ਕੋਈ ਵੀ ਟੈਸਟ ਹੈ ਨਾ, ਬਹੁਤ ਹੀ ਮਤਲਬ ਵਧੀਆ ਕੁਆਲਿਟੀ ਦੇ ਆ ਤੇ ਬਹੁਤ ਹੀ ਘੱਟ ਰੇਟ ਦੇ, ਆਮ ਇਨਸਾਨ ਵੀ ਕਰਵਾ ਸਕਦਾ ਇਜ਼ੀਲੀ। ਤੇ ਇੱਥੇ ਤੁਸੀਂ ਟੈਸਟ ਕਰਾਉਣ ਆਏ, ਤੁਹਾਨੂੰ ਕਿਸੇ ਕਿਸਮ ਦੀ ਤੰਗੀ ਤੇ ਨਹੀਂ ਆਈ? ਨਹੀਂ ਕੋਈ ਤੰਗੀ ਨਹੀਂ। ਮੈਂ ਪਹਿਲਾਂ ਆਇਆ ਸੀਗਾ, ਅਪਾਇੰਟਮੈਂਟ ਵਗੈਰਾ ਲਈ, ਉਹਨਾਂ ਨੇ ਅਪਾਇੰਟਮੈਂਟ ਦੇ ਦਿੱਤੀ, ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦਿੱਤਾ ਮੈਨੂੰ, ਉਹ ਟਾਈਮ ਦੇ ਵਿੱਚ ਮੇਰੀ MRI ਹੋ ਗਈ ਬੜੀ ਵਧੀਆ। ਤੇ ਹੁਣ ਤੁਸੀਂ ਰਿਪੋਰਟ ਲੈ ਚੁੱਕੇ ਹੋ? ਮੈਂ ਬਸ ਰਿਪੋਰਟ ਲੈਣੀ ਆਇਆ ਸਰ। ਕਿੰਨੇ ਦੀ ਬਾਹਰ ਪੁੱਛੀ ਤੁਸੀਂ MRI ਤੇ ਇੱਥੇ ਕਿੰਨੇ ਦੀ ਹੋਈ? ਬਾਹਰ ਸਰ ਮੈਨੂੰ 6,000 ਰੁਪਇਆ ਗਿਆ ਸੀ ਉਹਨਾਂ ਨੇ, ਪਲੇਨ MRI ਐਬਡੋਮੀਨਲ ਦੀ ਸੀਗੀ। ਇੱਥੇ ਪਤਾ ਕੀਤਾ ਤੇ 1,211 ਰੁਪਏ ਲਏ ਜੀ। ਤੇ ਇਹ ਕੀ ਆਪਣੀ ਪ੍ਰੋਬਲਮ ਆ ਗਈ ਸੀ ਆਪਾਂ ਨੂੰ MRI ਕਰਾਉਣ? ਮੇਰੇ ਦਰਅਸਲ ਨਾ ਪੇਟ ਦੇ ਨਾ ਲੈਫਟ ਸਾਈਡ ਤੇ ਸਵੈਲਿੰਗ ਰਹਿੰਦੀ ਸੀਗੀ ਤੇ ਮੈਂ ਬਾਹਰੋਂ ਅਲਟਰਾਸਾਊਂਡ ਕਰਵਾਈ ਸੀ 2-3 ਵਾਰ, ਉਹਦੇ ਵਿੱਚ ਕੁਝ ਸ਼ੋ ਨਹੀਂ ਹੁੰਦਾ। ਉਹ ਫਿਰ ਮੈਨੂੰ ਡਾਕਟਰ ਨੇ ਰਿਕਮੈਂਡ ਕੀਤਾ ਕਿ ਤੁਸੀਂ MRI ਇੱਕ ਵਾਰ ਕਰਵਾ ਲਓ। ਤੁਸੀਂ ਆਮ ਵਰਗ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਅੱਜ ਕਿ ਇਹ ਸਰਕਾਰ ਵੱਲੋਂ ਸਰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਮਤਲਬ ਜਿਹੜਾ ਗਰੀਬ ਵਰਗ ਦਾ ਇਨਸਾਨ ਆ, ਜਿਹੜਾ ਮਤਲਬ ਆਪਣਾ ਟੈਸਟ ਨਹੀਂ ਕਰਵਾ ਸਕਦਾ ਹੈ ਨਾ, ਇੰਨੇ ਪੈਸੇ ਜਿੱਦਾਂ ਬਾਹਰ ਦੇਣੇ, ਤਾਂ ਇੱਕ ਵਾਰ ਮਤਲਬ ਉਹਨਾਂ ਨੂੰ ਇੱਥੇ ਆਣ ਕੇ ਟੈਸਟ ਕਰਵਾਉਣੇ ਚਾਹੀਦੇ ਆ, ਕਿਉਂਕਿ ਬਹੁਤ ਹੀ ਘੱਟ, ਅੱਧੇ ਤੋਂ ਵੀ ਘੱਟ ਮਤਲਬ ਕਹਿ ਸਕਦੇ ਆ ਵੀ ਇਸ ਰੇਟ ਤੇ ਹੁੰਦੇ ਆ। ਹੁਣ ਬਾਹਰੋਂ ਮੈਂ ਪਤਾ ਕੀਤੀ ਤੇ ਉਹ 6,000 ਦੀ ਤੇ 1,200 ਦੀ ਕਿੰਨਾ ਫਰਕ ਨਿਕਲ ਆਇਆ। ਤੇ ਬਾਕੀ ਵੀ ਟੈਸਟ ਜਿਹੜੇ ਆ ਉਹ ਵੀ ਬਹੁਤ ਸਸਤੇ, ਮਤਲਬ ਘੱਟ ਕੀਮਤ ਤੇ ਸਰਕਾਰੀ ਅਮਾਊਂਟ ਤੇ ਕਹਿ ਸਕਦੇ ਤੁਸੀਂ ਵੀ ਜੋ ਸਿਵਲ ਹਸਪੀਟਲ ਦੇ ਜਿਹੜੇ ਉਪਰਾਲੇ ਆ ਬਹੁਤ ਵਧੀਆ ਉਪਰਾਲਾ ਹੈ ਵਾਲਾ। ਕੀ ਨਾਂ ਆ? संतोष कुमारी। मैम अज काहदा टेस्ट करवाना है? मैं अपने ਕੰਨ ਦਾ ਕਰਵਾਉਣਾ ਹੈ। ਤੇ ਇਸ ਤਰ੍ਹਾਂ ਜਿਹੜਾ ਟੈਸਟ ਕੰਨ ਦਾ ਕਰਵਾਇਆ, ਕਦੀ ਤੁਸੀਂ ਬਾਜ਼ਾਰ ਦੇ ਵਿੱਚ ਟਰਾਈ ਕੀਤਾ ਕਿ ਇਹਦਾ ਬਾਜ਼ਾਰ ਦੇ ਵਿੱਚ ਕੀ ਰੇਟ ਸੀ? ਹਾਂਜੀ। ਕੀ ਰੇਟ ਸੀ ਬਾਜ਼ਾਰ ਵਿੱਚ ਜ਼ਿਆਦਾ 2,200 ਰੁਪਇਆ ਸੀ। ਕਿੰਨੇ ਦਾ ਕਰਦੇ ਸੀ ਬਾਜ਼ਾਰ 'ਚ 2,200 ਰੁਪਇਆ ਕਿਹਾ ਹੈ। ਇੱਥੇ ਟੈਸਟ ਤੁਹਾਡਾ ਕਿੰਨੇ ਦੇ? ਇੱਥੇ 510 ਰੁਪਏ ਦਾ ਹੈ। 510 ਰੁਪਏ ਦਾ ਹੈ। ਤੇ ਕੀ ਲੱਗਦਾ ਕਿ ਹੁਣ ਸਰਕਾਰ ਵੱਲੋਂ ਆਮ ਜਨਤਾ ਵਾਸਤੇ? ਹਾਂ ਵਧੀਆ, ਬਹੁਤ ਵਧੀਆ ਹੈ। ਸਿਰਫ ਹੈ ਕਿ ਜਰਾ ਰਿਪੋਰਟ ਜਲਦੀ ਦੇ ਦੇਣ, ਬਾਕੀ ਸਾਰਾ ਕੁਝ ਵਧੀਆ ਵਾ। ਸਟਾਫ ਵੀ ਵਧੀਆ ਹੈ, ਬੋਲਦੇ ਵੀ ਬੜੇ ਪਿਆਰ ਨਾਲ ਹੈ। ਸਿਰਫ ਹੈ ਕਿ ਰਿਪੋਰਟ ਦੀ ਥੋੜੀ ਜਿਹੀ ਦਿੱਕਤ ਆਈ ਹੈ ਕਿ ਲੇਟ ਮਿਲੀ ਹੈ, ਬਾਕੀ ਸਭ ਕੁਝ ਠੀਕ ਹੈ। ਤੇ ਕੀ ਲੱਗਦਾ ਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਇਹੋ ਜਿਹੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਆਮ ਜਨਤਾ ਨੂੰ, ਜਿਹੜੇ ਹਜ਼ਾਰਾਂ ਰੁਪਏ ਦੇ ਬਾਅਦ ਟੈਸਟ ਹੁੰਦੇ ਸੀ, ਅੱਜ ਇੱਥੇ ਉਹ ਅੱਧੇ ਰੇਟਾਂ ਦੇ ਵਿੱਚ ਹੋ ਰਹੇ, ਕਿਸ ਤਰ੍ਹਾਂ ਦਾ? ਨਹੀਂ ਵਧੀਆ ਹੈ ਸਾਰਾ ਕੁਝ। ਬਹੁਤ ਮਹਿੰਗਾ ਟੈਸਟ ਸੀ, ਇਹਨਾਂ ਨੇ ਸਾਨੂੰ 72 ਵਿੱਚ ਕਰਵਾ ਕੇ ਦਿੱਤਾ, ਜਿਹੜਾ ਬਾਹਰ 1,200 ਦਾ ਟੈਸਟ। ਕੀ ਨਾਮ ਹੈ ਤੁਹਾਡਾ, ਕਿਹੜੀ ਜਗ੍ਹਾ ਤੋਂ? ਅਸੀਂ ਤੇ ਇੱਥੇ ਰਹਿੰਦੇ ਹਾਂ ਸ਼ਹਿਰ 'ਚ, ਤੇ ਸਰਕਾਰ ਵਾਲੇ ਬਾਜ਼ਾਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਘੱਟ ਰੇਟਾਂ ਤੇ ਟੈਸਟ ਜਿਹੜੇ ਹੈਗੇ ਨੇ ਗਰੀਬ ਜਨਤਾ ਵਾਸਤੇ, 24 ਘੰਟੇ ਦੀ ਸੁਵਿਧਾ, ਕਿਸ ਤਰ੍ਹਾਂ ਦਾ ਲੱਗਿਆ? ਬਹੁਤ ਵਧੀਆ ਲੱਗ ਰਿਹਾ ਹੈ ਕਿ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਹੈ। ਲਾਈਨਾਂ 'ਚ ਲੱਗ ਕੇ ਟੈਸਟ ਹੁੰਦੇ ਸੀ, ਇਸ ਕਰਕੇ ਇੱਥੇ ਹੁਣ ਬਹੁਤ ਸਹੂਲਤ ਮਿਲੀ।
अमृतसर से सुनील खोसला की रिपोर्ट। सिख धर्म की आस्था का केंद्र सचखंड श्री दरबार साहिब, जहां रोजाना लाखों श्रद्धालु नतमस्तक होने के लिए आते हैं। सचखंड श्री दरबार साहिब में आम भक्तों के रूप में नतमस्तक होने के लिए कई फिल्म अभिनेता और कई बड़े राजनीतिक नेता भी पहुंचते हैं। इस दौरान आज भारत की पूर्व केंद्रीय मंत्री और सांसद हरसिमरत कौर बादल श्री दरबार साहिब में नतमस्तक होने पहुंची। सचखंड श्री दरबार साहिब में नतमस्तक होने के बाद उन्होंने पवित्र गुरबानी का कीर्तन भी सुना और श्री अकाल तख्त साहिब में भी नतमस्तक हुई, जिसके बाद पत्रकारों ने पंजाब के महत्वपूर्ण मुद्दों पर हरसिमरत कौर बादल से बात करने की कोशिश की, पर वह बिना कुछ कहे चले गए। अमृतसर से सुनील खोसला की रिपोर्ट। पंजाब शिवसेना की तरफ से 29 तारीख को सिख समुदाय के खिलाफ किए जाने वाले रोष प्रदर्शन को लेकर सिख जथेबंदियों द्वारा डिप्टी कमिश्नर फिरोजपुर को एक मांग पत्र दिया गया। सिख जथेबंदियों के आगू भाई लखबीर सिंह महालम और सतनाम सिंह वालिया ने बताया कि शिवसेना की तरफ से जो 29 अप्रैल को प्रदर्शन किया जाना है, जिसमें शिवसेना ने कहा है कि 29 अप्रैल को जगतार सिंह हवारा का पुतला फूंका जाएगा और खालिस्तान मुर्दाबाद के नारे लगाए जाएंगे, जिसे सिख समुदाय के लोग बर्दाश्त नहीं करेंगे। उन्होंने डिप्टी कमिश्नर फिरोजपुर को एक मांग पत्र में कहा है कि शिवसेना की इस कार्यप्रणाली को रोका जाए। लखबीर सिंह मालम, गुरु ग्रंथ ਸਾਹਿਬ ਸਤਿਕਾਰ ਕਮੇਟੀ ਸਰਪ੍ਰਸਤ ਪੰਜਾਬ। ਅੱਜ ਭਾਈ ਸਾਹਿਬ ਦਫ਼ਤਰ ਡੀਸੀ ਦਫ਼ਤਰ ਦੇ ਬਾਹਰ ਇਕੱਠਾ ਹੋਏ ਹੋ, ਕੀ ਕਾਰਨ ਹੈ ਇਕੱਠਾ ਹੋਣ ਦਾ? ਡੀਸੀ ਦਫ਼ਤਰ ਤੇ ਇਕੱਠਾ ਹੋਣ ਦਾ ਕਾਰਨ ਸਾਰੀਆਂ ਫਿਰੋਜ਼ਪੁਰ ਦੀਆਂ ਸਿੱਖ ਜਥੇਬੰਦੀਆਂ ਦਾ ਇਹ ਬਣਿਆ, ਜੋ ਕਿ ਪਿਛਲੇ ਦਿਨੀ ਉਸ ਸਿੱਖ ਸੈਨਾ ਆਗੂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਦੀ ਕਿਹਾ ਜਾ ਰਿਹਾ ਅਸੀਂ ਜਗਤਾਰ ਸਿੰਘ ਹਵਾਰੇ ਦਾ ਪੁਤਲਾ ਸਾੜਾਂਗੇ, ਕਦੀ ਕਿਹਾ ਜਾ ਰਿਹਾ ਅਸੀਂ ਖਾਲਿਸਤਾਨ ਮੁਰਦਾਬਾਦ ਇੱਥੇ ਮਾਰਚ ਪਟਿਆਲੇ ਦੀ ਧਰਤੀ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ। ਅੱਜ ਅਸੀਂ ਪੰਜਾਬ ਸਰਕਾਰ ਔਰ ਪੰਜਾਬ ਦੇ ਪੁਲਿਸ ਪ੍ਰਸ਼ਾਸਨ, ਡੀਸੀ ਦਫ਼ਤਰ, ਸਿਵਲ ਪ੍ਰਸ਼ਾਸਨ ਨੂੰ ਦੱਸਣ ਵਾਸਤੇ ਆਏ ਆ, ਜੋ ਕਿ ਉਹਨਾਂ 29 ਤਰੀਕ ਦੀ ਕਾਲ ਦਿੱਤੀ ਆ ਵੀ ਅਸੀਂ ਇੱਥੇ ਪੰਜਾਬ ਦੀ ਧਰਤੀ ਤੇ ਜਗਤਾਰ ਸਿੰਘ ਹਵਾਰਾ ਤੇ ਹੋਰ ਸਿੱਖ ਆਗੂਆਂ ਦੇ ਪੁਤਲੇ ਸਾੜਾਂਗੇ। ਤੇ ਦੂਸਰੀ ਗੱਲ ਵੀ ਅਸੀਂ ਖਾਲਿਸਤਾਨ ਮੁਰਦਾਬਾਦ ਦੇ ਇੱਥੇ ਮਾਰਚ ਕੱਢਾਂਗੇ ਪੰਜਾਬ ਦੀ ਧਰਤੀ ਤੇ। ਜਿੰਨਾ ਚਿਰ ਖਾਲਸੇ ਪੰਥ ਦੀ ਰਗਾਂ 'ਚ ਖੂਨ ਚੱਲਦਾ, ਸਾਡੇ ਰਗਾਂ 'ਚ ਖੂਨ ਚੱਲਦਾ ਹੈ। ਇਹੋ ਜਿਹੀਆਂ ਖੌਫਤੀ ਸਿੱਖ ਸੈਨਾ ਦੀਆਂ ਕਦੀ ਵੀ ਕੋਸ਼ਿਸ਼ਾਂ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। ਅਸੀਂ ਅੱਜ ਪ੍ਰਸ਼ਾਸਨ ਨੂੰ ਕਹਿਣ ਵਾਸਤੇ ਆਏ ਆ, ਇੱਥੋਂ ਦੇ ਨੁਮਾਇੰਦਿਆਂ ਨੂੰ, ਦੁਨੀਆ ਨੂੰ ਦੱਸਣਾ ਚਾਹੁੰਦੇ ਆ, ਸਾਡੇ ਵੱਡਿਆਂ ਨੇ ਰਾਜ ਕੀਤਾ ਹੈ ਧਰਤੀ ਤੇ। ਬੰਦਾ ਸਿੰਘ ਬਹਾਦਰ ਨੇ, ਜਿਨ੍ਹਾਂ ਇਸ ਦੇਸ਼ ਨੇ ਲੋਕਾਂ ਨੂੰ ਕਿਸਾਨ ਬਣਾਇਆ ਮੁਜ਼ਾਹਰਿਆਂ ਤੋਂ, ਉਹਦਾ ਰਾਜ ਰਿਹਾ ਪੰਜਾਬ ਦੀ ਧਰਤੀ ਤੇ। ਸਰਹੰਦ ਫਤਿਹ ਕੀਤੀ ਕਿਸੇ ਦਿਨ, ਜਥੇਦਾਰ ਬਘੇਲ ਸਿੰਘ ਨੇ ਰਾਜ ਕੀਤਾ, ਦਿੱਲੀ ਦੀ ਫਤਿਹ ਕੀਤੀ ਆ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ 40 ਸਾਲ ਦਾ ਰਾਜ ਪੰਜਾਬ ਦੀ ਧਰਤੀ ਤੇ ਰਿਹਾ ਹੈ। ਉਹ ਕੋਈ ਬੰਦਾ ਹੋਊਗਾ ਕੈਨੇਡਾ ਦੀ ਧਰਤੀ ਤੇ ਬੈਠਾ, ਕੋਈ ਇਹਨਾਂ ਨਾਲ ਦੁਸ਼ਮਣੀ ਹੋਊਗੀ ਇਹਨਾਂ ਦੀ ਸ਼ਿਵ ਸੈਨਾ ਦੇ, ਉਹਦੇ ਨਾਲ ਗੱਲ ਕਰ ਸਕਦੇ ਆ। ਇਸ ਪੰਜਾਬ ਦੀ ਧਰਤੀ ਤੇ ਅਸੀਂ ਕਦੀ ਵੀ ਖਾਲਿਸਤਾਨ ਮੁਰਦਾਬਾਦ ਦਾ ਇੱਥੇ ਮਾਰਚ ਨਹੀਂ ਕੱਢਣ ਦਿਆਂਗੇ, ਜਿੰਨਾ ਚਿਰ ਸਾਡੀਆਂ ਰਗਾਂ 'ਚ ਖੂਨ ਚੱਲਦਾ ਹੈ ਕਲਗੀਧਰ ਪਾਤਸ਼ਾਹ ਦਾ। ਤੇ ਪ੍ਰਸ਼ਾਸਨ ਨੂੰ ਇਹ ਗੱਲ ਦੱਸਣ ਵਾਸਤੇ ਆਏ ਆ, ਡੀਸੀ ਫਿਰੋਜ਼ਪੁਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਹੋਰ ਸਿਵਲ ਪ੍ਰਸ਼ਾਸਨ, ਡੀਜੀਪੀ ਪੰਜਾਬ ਨੂੰ, ਜੇ ਕੋਈ ਸਿੱਖ ਸੈਨਾ ਨੇ ਇੱਥੇ ਸ਼ਰਾਰਤ ਕੀਤੀ ਤੇ ਉਹਦੀ ਜ਼ਿੰਮੇਵਾਰੀ ਇੱਥੋਂ ਦੇ ਪੰਜਾਬ ਸਰਕਾਰ ਦੀ ਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ। ਤੇ ਕੱਲ ਨੂੰ ਕਿਤੇ ਮਾਹੌਲ ਖਰਾਬ ਹੁੰਦਾ ਹੈ ਤੇ ਇੱਥੇ ਅਸੀਂ ਪਿੱਛੇ ਨਹੀਂ ਹਟਾਂਗੇ ਕਦੀ ਵੀ। ਸਾਨੂੰ ਕਤਰਾ ਖੂਨ ਦਾ ਡੋਲਣਾ ਪਏ, ਅਸੀਂ ਡੋਲਣ ਨੂੰ ਤਿਆਰ ਬੈਠੇ ਆ। ਇਹ ਸਾਰਿਆਂ ਜਥੇਬੰਦੀਆਂ ਦੇ ਮੁਖੀ ਅੱਜ 2-2, 3-3, 4-4 ਬੰਦੇ ਆਏ ਨੇ ਗੱਲ ਕਰਨ ਵਾਸਤੇ, ਪ੍ਰਸ਼ਾਸਨ ਨੂੰ ਦੱਸਣ ਵਾਸਤੇ। ਇੰਟਰਨੈਸ਼ਨਲ ਪੰਥਕ ਦਲ ਦੇ ਬਾਬਾ ਸਤਨਾਮ ਸਿੰਘ ਵੱਲੀਆਂ ਨਾਲ ਸਿੰਘ ਲੈ ਕੇ ਆਏ ਨੇ। ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਭਾਈ ਜਸਪਾਲ ਸਿੰਘ ਆਏ ਨੇ। एक नूर खालसा फौज का जिला प्रधान भाई हिम्मत सिंह शकूर, लखबीर सिंह महालम आए। फिरोजपुर से मंजीत सिंह की रिपोर्ट। आज के समाचार बस यहीं तक। कल फिर हाजिर होंगे कुछ नए धार्मिक और सामाजिक समाचारों के साथ। तब तक आप बने रहिए आत्मा चैनल के साथ। जय जिनेंद्र।